ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਿਮਰਨਜੀਤ ਕੌਰ ਗਿੱਲ ਆ, ਵਕੀਲ ਆ ਤੇ ਕੁੜੀਆਂ ਦੇ ਹੱਕ ਦੀ ਗੱਲ ਕਰਦੀ ਹੈ। ਕਹਿੰਦੀ ਕਿ ਮੈਂ ਕੁੜੀਆਂ ਦੇ ਹੱਕ ਦੀ ਗੱਲ ਕਰਦੀ ਹਾਂ। ਪਿਛਲੇ ਦਿਨੀ ਇੱਕ ਪਿਓ ਨੇ ਇੱਕ ਧੀ ਦਾ ਕਤਲ ਕੀਤਾ। ਉਹ ਧੀ ਜਿਹੜੀ ਹੈ 1-2 ਦਿਨ ਬਾਹਰ ਕਿਸੇ ਦੇ ਨਾਲ ਰਹਿ ਕੇ ਆਈ ਸੀ ਤੇ ਪਿਓ ਨੇ ਅਣਖ ਅਤੇ ਗੈਰਤ ਦੀ ਖਾਤਰ ਉਹਦਾ ਕਤਲ ਕਰ ਦਿੱਤਾ ਤੇ ਇਹ ਉਹਦੇ ਵਿਰੁੱਧ ਬਹੁਤ ਬੋਲੀ। ਸੋ ਇਹਨੇ ਹੋਰ ਵੀ ਗੱਲਾਂ ਇੰਟਰਵਿਊ ਦੇ ਵਿੱਚ ਬਹੁਤ ਕੀਤੀਆਂ ਆ। ਆਪਾਂ ਉਹਦਾ ਗੁਰਮਤ ਦੇ ਅਨੁਸਾਰ ਜਿਹੜਾ ਹੈਗਾ ਆ ਉੱਤਰ ਦੇਵਾਂਗੇ। ਮਣੀਪੁਰ ਦੇ ਵਿੱਚ ਘਟਨਾ ਘਟਦੀ ਹੈ, ਕੁੜੀਆਂ 'ਤੇ ਅਤਿਆਚਾਰ ਹੋਰ ਵੀ ਇੰਡੀਆ 'ਚ ਬਹੁਤ ਥਾਵਾਂ 'ਤੇ ਹੁੰਦਾ ਆ, ਪਰ ਇਹ ਕਦੀ ਵੀ ਉੱਥੇ ਬੋਲਦੀ ਨਹੀਂ। ਜੇ ਕੋਈ ਸਿੱਖ ਇੱਦਾਂ ਦੀ ਕੋਈ ਗੱਲ ਕਰਦਾ ਤਾਂ ਇਹ ਸਿੱਖਾਂ ਦੇ ਵਿਰੁੱਧ ਜ਼ਰੂਰ ਬੋਲਦੀ ਹੈ। ਇਹਦੇ ਸਾਰੇ ਸਵਾਲਾਂ ਦੇ ਉੱਤਰ ਜਿਹੜੇ ਆ, ਜਵਾਬ ਜਿਹੜੇ ਆ, ਆਪਾਂ ਬਾਦਲੀਲ ਜਿਹੜੇ ਆ ਗੁਰਮਤ ਦੇ ਅਨੁਸਾਰ, ਗੁਰੂ ਆਸੇ ਦੇ ਅਨੁਸਾਰ ਦੇਵਾਂਗੇ। ਪੰਜਾਬ ਦੇ ਲੋਕ ਇਹਨੇ ਇਨਸੈਂਸਿਟਿਵ ਹੋ ਗਏ ਆ ਕਿ ਇੱਕ ਪਿਓ ਵੱਲੋਂ ਧੀ ਦੇ ਮਰਡਰ ਨੂੰ ਉਹ ਗੁੱਡ ਜੌਬ ਕਹਿ। ਹਾਂਜੀ, ਤੁਸੀਂ ਸੁਣਿਆ ਕਿ ਕਹਿ ਰਹੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਇੰਨੇ ਇਨਸੈਂਸਿਟਿਵ ਹੋ ਗਏ ਆ ਕਿ ਇੱਕ ਪਿਓ ਵੱਲੋਂ ਧੀ ਦੇ ਕਤਲ ਕਰਨ ਨੂੰ ਗੁੱਡ ਜੌਬ ਕਹਿ ਰਹੇ ਆ। ਪਰ ਇਹ ਗੱਲ ਉਹ ਹੀ ਸਮਝ ਸਕਦਾ ਹੈ ਜਿਹਦੇ ਅੰਦਰ ਅਣਖ ਅਤੇ ਗੈਰਤ ਬਚੀ ਹੈ। ਪਹਿਲਾਂ ਹੀ ਤੁਸੀਂ ਦੇਖ ਰਹੇ ਹੋ ਕਿ ਬਹੁਤ ਜਿਹੜੀਆਂ ਕੁੜੀਆਂ ਨੇ ਆਪਣਾ ਆਪ ਵਿਆਹ ਕਰਵਾਇਆ, ਆਪਣੀਆਂ ਮਰਜ਼ੀਆਂ ਕੀਤੀਆਂ ਤੇ ਪਿਓ ਤੇ ਜਿਹੜੀ ਧੀ ਹੈ ਉਹਦੇ ਆਪਸੀ ਜਿਹੜੇ ਤਣਾਅ ਵੀ ਬਣਦਾ ਹੈ ਤੇ ਪਿਓ ਵਿਚਾਰਾ ਬੇਵਸ ਜਿਹੜਾ ਆ ਦੇਖਦਾ ਰਹਿੰਦਾ ਆ। ਤੇ ਇੱਦਾਂ ਦੀਆਂ ਵੀਡੀਓਜ਼ ਤੁਸੀਂ ਦੇਖ ਸਕਦੇ ਹੋ। ਈਵਨ ਕੋਰਟ ਦੇ ਵਿੱਚ ਪਿਓ ਵਿਚਾਰਾ ਮਗਰ ਦੌੜਦਾ ਆ, ਧੀ ਹੱਥ ਛੁਡਾ ਕੇ ਦੌੜ ਜਾਂਦੀ ਹੈ ਤੇ ਜਿਹੜਾ ਪਿਓ ਵਿਚਾਰਾ ਬੇਵਸ ਮੱਥੇ 'ਤੇ ਹੱਥ ਰੱਖ ਕੇ ਰੋਂਦਾ ਆ। ਤੇ ਜਿਹੜੀ ਅਣਖ ਤੇ ਗੈਰਤ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਵੱਲੋਂ ਦਿੱਤੀ ਹੈ, ਗੁਰੂਆਂ ਪੀਰਾਂ ਵੱਲੋਂ ਜਿਹੜੀ ਪਾਈ ਗਈ ਹੈ, ਜੇ ਕਿਸੇ ਦੇ ਵਿੱਚ ਅੱਜ ਥੋੜ੍ਹੀ ਬਹੁਤੀ ਬਚੀ ਹੈ ਤੇ ਇਹ ਉਹਨੂੰ ਵੀ ਸਾਫ਼ ਕਰਨਾ ਚਾਹੁੰਦੀ ਹੈ। ਤੇ ਇਹ ਕਹਿੰਦੀ ਹੈ ਤੇ ਪੰਜਾਬ ਦੇ ਲੋਕ ਜਿਹੜੇ ਗੁੱਡ ਜੌਬ ਕਹਿ ਰਹੇ, ਜਿਹੜੇ ਗੁੱਡ ਜੌਬ ਕਹਿ ਰਹੇ ਆ ਉਹੀ ਅਣਖੀ ਹੈ ਤੇ ਉਹੀ ਗੈਰਤਮੰਦ ਲੋਕ ਨੇ। ਕੀ ਬੱਚੀ ਕਿਸੇ ਦੇ ਨਾਲ ਰਾਤ ਬਿਤਾ ਕੇ ਆਈ ਸੀ ਜਾਂ ਫਿਰ ਇਹ ਤੋਂ ਡਰਦੀ ਮਾਰੀ ਕਿਤੇ ਗਈ ਸੀ? ਕਿ ਹੋ ਸਕਦਾ ਬੱਚੀ ਇਹ ਤੋਂ ਡਰਦੀ ਮਾਰੀ ਕਿਸੇ ਫਰੈਂਡ ਕੋਲ ਹੀ ਗਈ ਹੋਵੇ। ਕਹਿੰਦੀ ਹੈ ਕਿ ਇੱਕ ਰਾਤ ਕਿਸੇ ਦੇ ਘਰ ਕੱਟ ਆਈ ਤੇ ਫਿਰ ਕੀ ਹੋ ਗਿਆ। ਜੇ ਕੀ ਪਤਾ ਉਹ ਪਿਓ ਤੋਂ ਡਰਦੀ ਗਈ ਹੋਵੇ। ਜਿਹੜਾ ਪਿਓ ਅਣਖੀ ਹੁੰਦਾ, ਗੈਰਤਮੰਦ ਜਿਹੜਾ ਪਿਓ ਹੁੰਦਾ ਨਾ, ਉਹਦੇ ਵਾਸਤੇ ਉਹ ਮਰਨ ਹੋ ਜਾਂਦਾ ਆ। ਉਹਦੇ ਵਾਸਤੇ ਉਹ ਆਪਣੇ ਆਪ ਨੂੰ ਮਰਿਆ ਸਮਝਦਾ ਆ। ਉਹ ਪਿਓ ਜਿਹੜਾ ਆ ਉਹਨੂੰ ਸਾਰਾ ਪਤਾ ਸੀ ਵੀ ਕਿਹੜੇ ਲਿਹਾਜ਼ੇ ਦੇ ਨਾਲ ਗਈ। ਐਡਾ ਵੱਡਾ ਕਦਮ ਕੋਈ ਬੇਸਮਝ ਪਿਓ ਨਹੀਂ ਹੈ ਵੀ ਉਹ ਉੱਦਾਂ ਹੀ ਪੱਟ ਲਏਗਾ। ਪੱਗ ਦਾ ਜੁਮਾ ਫਿਰ ਧੀਆਂ ਦੇ ਉੱਤੇ ਕਾਤੇ ਹੈ, ਪਿਓ ਦੇ ਉੱਤੇ ਪੁੱਤਰ ਦੇ ਕਾਤੇ ਨਹੀਂ ਹੈ? ਇੱਜ਼ਤ ਦੀਆਂ ਬੇੜੀਆਂ ਫਿਰ ਸਾਡੇ ਗੱਲ ਦੇ ਵਿੱਚ ਹੀ ਕਿਉਂ ਪਾਈਆਂ ਜਾਂਦੀਆਂ ਨੇ? ਇਹ ਇੱਜ਼ਤ ਹੈ ਕੀ ਆ? ਔਰਤ ਇਮਾਨ, ਪੁੱਤਰ ਨਿਸ਼ਾਨ ਤੇ ਮਾਇਆ ਗੁਜਰਾਨ। ਇਹ ਗੁਰਮਤ ਦਾ ਸਿਧਾਂਤ ਆ ਕਿ ਪੁੱਤਰ ਨਿਸ਼ਾਨ ਹੁੰਦਾ, ਔਰਤ ਘਰ ਦੀ ਇੱਜ਼ਤ ਆਬਰੂ ਇਮਾਨ ਹੁੰਦਾ। ਅਣਖ ਗੈਰਤ ਜਿਹੜੀ ਹੈ ਸਾਰਾ ਕੁਝ ਜਿਹੜਾ ਔਰਤ 'ਤੇ ਡਿਪੈਂਡ ਆ। ਜੇ ਕੋਈ ਘਰ ਦਾ ਬੰਦਾ ਆਪਣੀ ਬੱਚੀ, ਆਪਣੀ ਘਰ ਦੀ ਨੂੰ 4 ਦਿਨ ਉੱਦਾਂ ਹੀ ਖੁੱਲ੍ਹਾ ਛੱਡ ਦੇ ਵੀ ਕੋਈ ਗੱਲ ਨਹੀਂ, ਤੂੰ ਜਾ ਜਿੱਥੇ ਮਰਜ਼ੀ, ਪੱਬਾਂ ਕਲੱਬਾਂ 'ਚ ਜਾ, ਜਿੱਥੇ ਮਰਜ਼ੀ ਜਾ, ਤੈਨੂੰ ਕੋਈ ਰੋਕਣ ਵਾਲਾ ਨਹੀਂ, ਤੈਨੂੰ ਖੁੱਲ੍ਹੀ ਛੁੱਟੀ ਹੈ, ਤੇ ਉਹ ਬੰਦੇ ਦੀ ਇੱਜ਼ਤ ਜਿਹੜੀ ਹੈ ਸਮਾਜ ਦੇ ਵਿੱਚ 4 ਸਿਆਣਿਆਂ ਬੰਦਿਆਂ ਦੇ ਵਿੱਚ ਹੋਊਗੀ? ਹੋ ਸਕਦੀ ਹੈ ਇੱਦਾਂ? ਤੇ ਇਹ ਔਰਤ ਇਹ ਕਹਿ ਰਹੀ ਆ, ਕਹਿੰਦੀ ਹੈ ਕਿ ਇੱਜ਼ਤ ਦਾ ਸਿਹਰਾ ਜਿਹੜਾ ਔਰਤਾਂ ਦੇ ਸਿਰ ਕਿਉਂ ਬੰਨ੍ਹਿਆ ਜਾਂਦਾ? ਵੀ ਮੁੰਡੇ ਵੀ ਬਾਹਰ ਜਾਂਦੇ ਹੀ ਆ। ਹੁਣ ਇਹਨੂੰ ਇਹ ਨਹੀਂ ਸਮਝ ਕਿ ਜਿਹੜੀ ਔਰਤ ਆ ਉਹ ਇੱਕ ਘਰ ਦਾ ਇਮਾਨ ਆ। ਜਿਨ੍ਹਾਂ ਦੇ ਲਈ ਇਹੋ ਜਿਹੀਆਂ ਅਣਖਾਂ ਪਿਆਰੀਆਂ ਨੇ ਉਹ ਪਿਓ ਨਹੀਂ ਹੁੰਦੇ, ਕਿਉਂਕਿ ਪਿਓ ਮਾਪੇ ਆ ਨਾ ਜਿਹੜੇ, ਉਹ ਰੱਬ ਦਾ ਦੂਜਾ ਰੂਪ ਹੁੰਦੇ ਨੇ। ਰੱਬ ਕਦੇ ਸਾਨੂੰ ਮਾਰਦਾ। ਭੰਡ ਜੰਮੀਆਂ ਭੰਡ ਨਿੰਮੀਆਂ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਮੂਆ ਭੰਡ ਭਾਲੀਐ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸਤਰੀ ਬਾਰੇ, ਔਰਤ ਬਾਰੇ ਜਿਹੜੇ ਇਹ ਵਿਚਾਰ, ਇਹ ਬਾਣੀ ਜਿਹੜੇ ਰੱਖਦੇ ਆ ਕਿ ਜਿਨ੍ਹਾਂ ਨੇ ਰਾਜਿਆਂ ਨੂੰ ਜਨਮ ਦਿੱਤਾ ਆ ਤੇ ਉਹ ਔਰਤ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਤੇ ਗੁਰੂ ਸਾਹਿਬ ਜੀ ਨੇ ਇਹ ਸਿਧਾਂਤ ਦਿੱਤਾ ਆ। ਤੇ ਔਰਤ ਜਿਹੜੀ ਹੈ, ਜੇ ਉਹਨੂੰ ਇੰਨਾ ਸਨਮਾਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਰਹੇ ਹੈ, ਕਿ ਗੁਰੂ ਸਾਹਿਬ ਦੇ ਸਨਮਾਨ ਦੇਣ ਤੋਂ ਬਾਅਦ ਵੀ ਔਰਤ ਜਿਹੜੀ ਹੈ ਉਹ ਆਪਣਾ ਫਰਜ਼ ਨਾ ਸਮਝੇ, ਭਾਵ ਕਿ ਉਹ 20-22 ਸਾਲ ਆਪਣੇ ਮਾਂ ਪਿਓ ਦੀ ਜਿਹੜੀ ਉਹਨਾਂ ਨੇ ਪਾਲਣਾ ਪੋਸ਼ਣਾ ਕੀਤੀ ਹੈ ਉਹਨੂੰ ਅੱਖੋਂ ਪਰੋਖੇ ਕਰ ਦੇਵੇ, ਪਰੇ ਕਰਕੇ, ਤੇ ਉਹ 1 ਜਾਂ 2 ਮਹੀਨੇ ਜਾਂ 2 ਸਾਲ ਦਾ
ਇੱਕ ਕਿਸੇ ਗੈਰ ਮਰਦ ਜਾਂ ਗੈਰ ਪਰਿਵਾਰ ਦੇ ਨਾਲ ਕੋਈ ਗੱਲਬਾਤ ਨੂੰ ਲੈ ਕੇ ਉਹ ਉਹਨਾਂ ਦੀ ਬਣ ਜਾਵੇ, ਤੇ ਇਹ ਕੀ ਗੁਰਮਤ ਇਜਾਜ਼ਤ ਦਿੰਦੀ ਹੈ? ਸਿੱਖੀ ਇਜਾਜ਼ਤ ਦਿੰਦੀ ਹੈ ਇਸ ਗੱਲ ਦੀ? ਹਾਂਜੀ। ਸੋ ਇਹ ਜਿਹੜੀਆਂ ਗੱਲਾਂ ਆ ਵੀ ਆਪਣੇ ਆਪ ਨੂੰ ਜਿਹੜਾ ਡਿਫੈਂਡ ਕਰਨ ਵਾਸਤੇ ਵੀ ਔਰਤ ਦੀ ਆਜ਼ਾਦੀ ਜਿਹੜੀ ਹੈ, ਆਜ਼ਾਦੀ ਨੂੰ ਬਹਾਲ ਕਰਾਉਣ ਵਾਸਤੇ, ਆਜ਼ਾਦੀ ਵੀ ਅਜਿਹੀ ਜਿਹੜੀ ਆਜ਼ਾਦੀ ਦੇ ਵਿੱਚ ਤੁਹਾਡੀ ਕੋਈ ਇੱਜ਼ਤ ਨਹੀਂ ਰਹਿੰਦੀ ਅਤੇ ਕੋਈ ਵੀ ਤੁਹਾਨੂੰ ਮੂੰਹ ਨਹੀਂ ਲਾਉਂਦਾ, ਅਤੇ ਜਿਹੜਾ ਨਾ ਹੀ ਤੁਹਾਡੀ ਕਿਸੇ ਸਿਆਣੇ ਬੰਦਿਆਂ ਦੇ ਵਿੱਚ, ਸਿਆਣੇ ਸਮਾਜ ਦੇ ਵਿੱਚ, ਨਾ ਹੀ ਸਿਆਣੀ ਜਿਹੜੀ ਕੋਈ ਅਗਾਂਹ-ਵਧੂ ਕੋਈ ਜਥੇਬੰਦੀ ਆ ਉਹਦੇ ਵਿੱਚ ਕੋਈ ਤੁਹਾਡਾ ਨਾਮ ਜਾਂ ਤੁਹਾਡਾ ਬੋਲਬਾਲਾ ਹੋ ਸਕਦਾ, ਅਤੇ ਉਹ ਜਿਹੜਾ ਹੈਗਾ ਆ ਉਹ ਫਿਰ ਉਹ ਅਜਿਹੀ ਜਿਹੜੀ ਆਜ਼ਾਦੀ ਨੂੰ ਕਰਨਾ ਕੀ ਆ? ਕਹਿੰਦੀ ਹੈ ਕਿ ਮਾਂ ਪਿਓ ਰੱਬ ਦਾ ਰੂਪ ਹੁੰਦੇ ਆ ਅਤੇ ਰੱਬ ਕਿਸੇ ਨੂੰ ਮਾਰਦਾ ਨਹੀਂ, ਅਤੇ ਜਿਹੜੀ ਧੀ ਹੈ ਜੇ ਪਿਓ ਦੀ ਪੱਗ ਰੋਲ ਦੇਵੇ, ਉਹਦੀ ਇੱਜ਼ਤ ਮਿੱਟੀ 'ਚ ਮਿਲਾ ਦੇਵੇ, ਉਹਦੀ ਅਣਖ ਅਤੇ ਗੈਰਤ ਦੇ ਸਵਾਲੀਆ ਚਿੰਨ੍ਹ ਲਾ ਦੇਵੇ, ਅਤੇ ਰਾਤ 2 ਰਾਤਾਂ ਗੈਰ ਮਰਦ ਜਾਂ ਗੈਰ ਘਰ ਦੇ ਵਿੱਚ ਰਹਿ ਕੇ ਆਈ ਹੋਵੇ, ਅਤੇ ਉਹ ਪਿਓ ਨਾ ਮਰਿਆਂ 'ਚ ਨਾ ਜਿਉਂਦਿਆਂ 'ਚ, ਕਿਉਂਕਿ ਉਹ ਕਿਸੇ ਦੇ ਸਾਹਮਣੇ ਅੱਖ ਨਹੀਂ ਪੱਟ ਸਕਦਾ, ਅਤੇ ਉਹਦਾ ਰਹਿੰਦਾ ਕੁਛ, ਅਤੇ ਉਹ ਸਹੀ ਆ ਕਿ ਉਹ ਜਿਹੜਾ ਹੈਗਾ ਸਮਾਜ ਇਜਾਜ਼ਤ ਦਿੰਦਾ ਆ? ਉਹ ਪਿਓ ਦਾ ਕੁਝ ਰਹਿ ਜਾਂਦਾ ਆ ਬਾਕੀ? ਇੱਕ ਰਾਤ ਬੱਚਾ ਘਰੋਂ ਬਾਹਰ ਰਹਿ ਕੇ ਆਇਆ, ਪਹਿਲਾਂ ਤਾਂ ਪਤਾ ਕਰੋ ਵੀ ਕਿੱਥੇ ਰਹਿ ਕੇ ਆਇਆ ਆ, ਔਰ ਜੇਕਰ ਕਿਸੇ ਦੇ ਨਾਲ ਵੀ ਰਹਿ ਕੇ ਆਇਆ ਹੈ ਉਹਨੂੰ ਸਮਝਾਓ। ਉਮਰ ਛੋਟੀ ਆ ਬੱਚੇ ਦੀ, ਬੱਚੇ ਨੂੰ ਸਮਝਾਓ। 16 ਸਾਲ ਦੀ ਬੱਚੀ ਆ, ਉਹਨੂੰ ਸਮਝਾਓ। ਕੁੜੀ ਜਿਹੜੀ ਹੈ ਉਹ ਆਪਣੀ ਇੱਜ਼ਤ ਤਾਰ ਕਰਵਾ ਕੇ ਆ ਜੇ, ਕਿਉਂਕਿ ਉਹ ਬੇਸ਼ਰਮ ਸੀਗੀ ਅਤੇ ਤਾਂ ਕਰਕੇ ਘਰੋਂ ਬਾਹਰ ਗਈ ਅਤੇ ਗੈਰ ਮਰਦ ਜਾਂ ਗੈਰ ਘਰ ਦੇ ਵਿੱਚ ਰਹੀ, ਅਤੇ ਉਹਨੂੰ ਤਾਂ ਸ਼ਰਮ ਹੈ ਨਹੀਂ, ਅਤੇ ਉਹਨੂੰ ਉਹਦੇ ਬੇਸ਼ਰਮ ਹੋ ਕਰਕੇ ਲੋਕਾਂ ਦੇ ਸਾਹਮਣੇ ਘੁੰਮ ਸਕਦੀ ਹੈ, ਫਿਰ ਸਕਦੀ ਹੈ, ਕਿਉਂਕਿ ਉਹ ਬੇਸ਼ਰਮ ਹੋ ਗਈ। ਉਹਨੂੰ ਪਤਾ ਨਹੀਂ ਹੈ ਇੱਜ਼ਤ ਕੀ ਹੁੰਦੀ ਹੈ, ਅਣਖ ਕੀ ਹੁੰਦੀ ਹੈ, ਗੈਰਤ ਕੀ ਹੁੰਦੀ ਹੈ। ਪਿਓ ਜੇ ਸਮਝਦਾ ਆ ਅਣਖ ਤੇ ਗੈਰਤ ਜੇ ਸਮਝਦਾ ਆ, ਉਹਦੇ ਵਾਸਤੇ ਤੇ ਜਿਉਂਦਿਆਂ ਹੀ ਮਰਨੇ ਆ ਨਾ। ਮੈਂ ਜ਼ਿਆਦਾਤਰ ਜਿੰਨੀਆਂ ਵੀ ਮੈਂ ਹੁਣ ਤੱਕ ਜਿਹੜੀਆਂ ਕੁੜੀਆਂ ਨੇ ਲਵ ਮੈਰਿਜ ਕਰਾਈ ਆ, ਜਾਂ ਮਤਲਬ ਇਹ ਕਹਿ ਲਓ ਕਿ ਜਿਨ੍ਹਾਂ ਦੇ ਜਿਹੜੀਆਂ ਕਿਤੇ ਨਾ ਕਿਤੇ ਗਲਤ ਰਾਹ ਦੇ ਉੱਤੇ, ਉਹਨਾਂ ਨੂੰ ਜਦੋਂ ਉਹ ਕੰਫਰਟ, ਉਹ ਅੰਡਰਸਟੈਂਡਿੰਗ ਫੈਮਿਲੀ 'ਚ ਨਹੀਂ ਮਿਲਦੀ, ਦੈਨ ਉਹ ਬਾਹਰ ਜਾਂਦੇ। ਇੱਥੇ ਹੁਣ ਇਹ ਗੱਲ ਕਰਦੀ ਹੈ ਕਿ ਪਹਿਲਾਂ ਜਿਹੜੀ ਧੀ ਹੈ ਆਪਣੇ ਪਿਓ ਦੇ ਅਧੀਨ ਹੁੰਦੀ ਹੈ, ਬਾਅਦ ਵਿੱਚ ਵਿਆਹੀ ਜਾਂਦੀ ਹੈ ਅਤੇ ਉਹ ਆਪਣੇ ਪਤੀ ਦੇ ਅਧੀਨ ਹੁੰਦੀ ਹੈ, ਬਾਅਦ 'ਚ ਪੁੱਤਰ ਹੋ ਜਾਂਦਾ ਫਿਰ ਉਹਦੇ ਅਧੀਨ ਹੋ ਜਾਂਦੀ, ਯਾਨੀ ਕਿ ਉਹਦੀ ਅਧੀਨਗੀ ਕਦੀ ਖਤਮ ਨਹੀਂ ਹੁੰਦੀ। ਹੁਣ ਇਹਨੂੰ ਜਿਹੜੇ ਇਹ ਰਿਸ਼ਤੇ ਹੈ ਇਹ ਅਧੀਨਗੀ ਲੱਗ ਰਹੇ ਹੈ, ਇਹਨੂੰ ਰਿਸ਼ਤੇ ਜਿਹੜੇ ਆ ਬੋਝ ਲੱਗ ਰਹੇ ਹੈ। ਬਾਅਦ ਵਿੱਚ ਕਹਿੰਦੀ ਹੈ ਜੇ 2 ਦਿਨ ਜਾਂ 3 ਦਿਨ ਜੇ ਧੀ ਘਰੋਂ ਬਾਹਰ ਚਲ ਜਾਂਦੀ ਹੈ, ਰਹਿ ਕੇ ਆ ਜਾਂਦੀ ਹੈ, ਆਪਣੀ ਇੱਜ਼ਤ ਤਾਰ ਕਰਵਾ ਕੇ ਆ ਜਾਂਦੀ ਹੈ, ਅਤੇ ਕਹਿੰਦੀ ਉਹਨੂੰ ਸਮਝਾਓ, ਉਹਨੂੰ ਸਮਝਾਉਣਾ ਚਾਹੀਦਾ ਆ। ਅੱਛਾ ਵੀ ਧੀ ਘਰੋਂ ਬਾਹਰ ਜਾ ਕੇ ਆਪਣੀ ਇੱਜ਼ਤ ਰੋਲ ਕੇ ਆ ਜਾਵੇ, ਅਤੇ ਪਿਓ ਜਿਹੜਾ ਅਣਖ ਵਾਲਾ ਗੈਰਤ ਵਾਲਾ ਜਿਹੜਾ ਪਿਓ ਆ ਉਹ ਨਹੀਂ ਇੱਦਾਂ ਕਰਦਾ, ਉਹ ਤਾਂ ਨਹੀਂ ਕਦੀ ਇੱਦਾਂ ਵੀ ਕਰੂਗਾ ਵੀ ਚੁੱਪ ਕਰਕੇ ਉਹਨੂੰ ਬਸ ਸਮਝਾਉਣ ਲੱਗ ਪਏ। ਇਹ ਬੇਸ਼ਰਮ ਅਤੇ ਬੇਹਿਆ ਅਤੇ ਬੇਇੱਜ਼ਤ ਜਿਹੜੇ ਲੋਕ ਆ ਉਹ ਹੀ ਕਰ ਸਕਦੇ ਆ, ਕਿਉਂਕਿ ਇਹ ਅਣਖ ਅਤੇ ਗੈਰਤ ਮਰੀ ਹੋਈ ਦੀ ਨਿਸ਼ਾਨੀ ਆ। ਅਣਖ ਅਤੇ ਗੈਰਤ ਮਰੀ ਹੋਈ ਦੀ ਨਿਸ਼ਾਨੀ ਕੀ ਹੁੰਦੀ ਹੈ ਕਿ ਉਹ ਧੀ ਜਿਹੜੀ ਆ ਭਾਵੇਂ ਮਹੀਨਾ ਕਿਤੇ ਰਹਿ ਕੇ ਆ ਜਾਵੇ, ਪਿਓ ਨੇ ਪੁੱਛਣਾ ਹੀ ਨਹੀਂ। ਇੱਥੇ ਬਾਹਰਲੇ ਦੇਸ਼ਾਂ ਵਿੱਚ ਇੱਦਾਂ ਦਾ ਬਹੁਤ ਜਿਹੜਾ ਕੰਮ ਚੱਲ ਰਿਹਾ ਆ, ਅਤੇ ਪਿਓ ਜਾਂ ਮਾਂ ਆਪਣੇ ਬੱਚਿਆਂ ਨੂੰ ਪੁੱਛਦੇ ਹੀ ਨਹੀਂ। ਕਿਉਂਕਿ ਅਣਖ ਗੈਰਤ ਮਰ ਚੁੱਕੀ ਹੈ ਅੰਦਰ। ਉਹ ਜਿਹੜਾ ਬੀਜ ਜਿਹੜਾ ਗੁਰੂਆਂ ਨੇ ਪਾਇਆ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਿਹੜਾ ਬੀਜ ਪਾਇਆ, ਜਿਹੜਾ ਅਣਖ ਅਤੇ ਗੈਰਤ ਵਾਲਾ, ਉਹ ਖਤਮ ਹੋ ਚੁੱਕਾ। ਅਤੇ ਇਹ ਬੜੇ ਪ੍ਰੇਮ ਦੇ ਨਾਲ ਕਹਿ ਰਹੀ, ਬੜੇ ਹਲੀਮੀ ਦੇ ਨਾਲ ਗੱਲ ਕਹਿ ਰਹੀ ਹੈ ਕਿ ਜੇ ਇੱਦਾਂ ਕਰ ਵੀ ਆਉਂਦੀ ਆ ਕੋਈ ਵੱਡੀ ਗੱਲ ਨਹੀਂ ਆ, ਕਿਉਂਕਿ ਇੱਦਾਂ ਦਾ ਸਮਾਜ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਆ, ਇਹ ਗੱਲਾਂ ਨੂੰ ਪ੍ਰਚਾਰਿਆ ਜਾ ਰਿਹਾ ਕਿ ਕੋਈ ਗੱਲ ਨਹੀਂ, ਤਾਂ ਕੀ ਹੋਇਆ ਵੀ ਧੀਆਂ ਜਿਹੜੀਆਂ ਆ ਉਹ ਇੱਦਾਂ ਘੁੰਮ ਸਕਦੀਆਂ ਆ। ਅਤੇ ਮਾਂ ਜਿਹੜੀ ਆ, ਇੱਕ ਵੀਡੀਓ ਦੇ ਵਿੱਚ ਇੱਕ ਬੰਦਾ, ਇੱਕ ਸਿੰਘ ਦੱਸ ਵੀ ਰਿਹਾ ਕਿ ਇੱਕ ਮਾਂ ਕਹਿ ਰਹੀ ਆ ਕੋਈ ਨਹੀਂ, ਆ ਗੋਲੀਆਂ ਲੈ ਲੈ, ਇੱਦਾਂ ਦੇ ਐਕਸੀਡੈਂਟ ਹੁੰਦੇ ਰਹਿੰਦੇ ਆ, ਕੋਈ ਗੱਲ ਨਹੀਂ, ਐਡੀ ਵੱਡੀ ਕੋਈ ਗੱਲ ਨਹੀਂ ਹੈ। ਇਹ ਬੇਹਯਾ ਤੇ ਬੇਸ਼ਰਮੀ ਤੇ ਬੇਗੈਰਤੀ ਦੀ ਹੱਦ ਆ ਵੀ ਬੰਦਾ ਜਦੋਂ ਉਹਦਾ ਮਿੱਟੀ ਹੋ ਜਾਂਦਾ, ਉਹ ਇੱਕ ਲੋਥ ਹੀ ਆ, ਉਹ ਜਿਹੜਾ ਬੇਸ਼ਰਮ ਤੇ ਬੇਹਿਆ ਤੇ ਬੇਅਣਖੀ ਤੇ ਬੇਗੈਰਤੀ ਦੀ ਇਹ ਨਿਸ਼ਾਨੀ ਹੁੰਦੀ ਹੈ, ਅਤੇ ਉਹ ਮਿੱਟੀ ਹੁੰਦਾ ਬੰਦਾ। ਉਹ ਸਮਾਜ ਦੇ ਵਿੱਚ ਵੀ ਨਹੀਂ ਪ੍ਰਵਾਨ ਹੁੰਦਾ, ਉਹ ਕਿਸੇ ਚੰਗੇ ਲੋਕਾਂ ਦੇ ਵਿੱਚ ਵੀ ਨਹੀਂ ਪ੍ਰਵਾਨ ਹੁੰਦਾ, ਅਤੇ ਉਹ ਦਰਗਾਹ ਦੇ ਵਿੱਚ ਵੀ ਨਹੀਂ ਪ੍ਰਵਾਨ ਹੁੰਦਾ। ਰੱਬ ਦੇ ਘਰ ਤੇ ਉਹਨੇ ਪ੍ਰਵਾਨ ਕਦੀ ਹੋਣਾ ਹੀ ਨਹੀਂ ਨਾ, ਇਹ ਤਾਂ ਗੱਲ ਪੱਕੀ ਆ, ਗੱਲ ਪੱਕੀ। ਅਸੀਂ ਕਿੱਥੋਂ ਹੋਮੋਸੇਪੀਅਨ ਤੋਂ ਕਿੱਥੋਂ ਉੱਠ ਕੇ ਕੀ ਬਣੇ ਆ,
ਠੀਕ ਆ। ਕਿੰਨੇ ਰੈਵੋਲੂਸ਼ਨ ਆ, ਕੋਗਨੀਟਿਵ ਰੈਵੋਲੂਸ਼ਨ ਹੁੰਦਾ, ਐਗਰੀਕਲਚਰ ਰੈਵੋਲੂਸ਼ਨ ਹੁੰਦਾ, ਫਿਰ ਇੰਡਸਟਰੀਅਲ ਰੈਵੋਲੂਸ਼ਨ ਹੁੰਦਾ, ਸਾਇੰਟੀਫਿਕ ਰੈਵੋਲੂਸ਼ਨ। ਕਿੱਥੇ ਪਹੁੰਚੇ ਆ? ਕੀ ਅਸੀਂ ਦੁਬਾਰਾ ਉਹੀ ਜੰਗਲ ਰਾਜ ਲਿਆਉਣਾ ਚਾਹੁੰਦੇ ਆ? ਇੱਥੇ ਗੱਲ ਕਰਦੀ ਆ ਕਿ ਕੁੜੀਆਂ ਜਿਹੜੀਆਂ ਘਰੋਂ ਭੱਜ ਜਾਂਦੀਆਂ ਆ ਜਾਂ ਗਲਤ ਹੁੰਦੀਆਂ ਆ, ਮੈਂ ਉਹਨਾਂ ਦੇ ਹੱਕ ਦੇ ਵਿੱਚ ਖੜਦੀ ਆ। ਤੇ ਕਹਿੰਦੀ ਘਰਾਂ ਦੇ ਵਿੱਚ ਅੰਡਰਸਟੈਂਡਿੰਗ ਨਹੀਂ ਹੁੰਦੀ, ਕੁੜੀਆਂ ਤਾਂ ਕਰਕੇ ਘਰਾਂ ਦੇ ਵਿੱਚੋਂ ਭੱਜ ਜਾਂਦੀਆਂ ਆ। ਅੰਡਰਸਟੈਂਡਿੰਗ ਕੀ ਨਹੀਂ ਹੁੰਦੀ ਕਿ ਪਿਓ ਜਿਹੜਾ ਆ ਉਹ ਚੁੱਪ ਕਰਕੇ ਇਜਾਜ਼ਤ ਦੇ ਦੇਵੇ। ਜੇ ਕੁੜੀ ਵਾਸ਼ਨਾ ਅਧੀਨ ਜਾਂ ਹੋਰ ਕਿਸੇ ਵੀ ਤਰੀਕੇ ਅਧੀਨ ਜੇ ਉਹ ਘਰੋਂ ਬਾਹਰ ਜਾਂਦੀ ਆ ਤੇ ਰਹਿਣਾ ਪਸੰਦ ਕਰਦੀ ਆ, ਉਹਦਾ ਮਨ ਕਰਦਾ ਆ, ਤੇ ਪਿਓ ਇੰਨਾ ਬੇਗੈਰਤ ਤੇ ਬੇਅਣਖਾ ਆਪਣੀ ਜ਼ਮੀਰ ਮਾਰ ਲਵੇ, ਉਹ ਬੇਅਣਖਾ ਬਣ ਜਾਵੇ ਤੇ ਚੁੱਪ ਕਰਕੇ ਆਪਣੀ ਧੀ ਨੂੰ ਕਹਿ ਦੇ ਕੋਈ ਗੱਲ ਨਹੀਂ ਧੀਏ, ਤੂੰ ਜਾ ਜਿੱਦਾਂ ਜਾਣਾ, ਜਿੱਦਾਂ ਤੇਰੀ ਲਾਈਫ ਹੈ, ਜਿੱਦਾਂ ਤੂੰ ਜੀ। ਇਹਨੂੰ ਇਹ ਗੈਰਤਮੰਦ ਨਿਸ਼ਾਨ ਕਿਹਾ ਜਾ ਸਕਦਾ? ਇਹਦੀ ਸਮਾਜ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕੋਈ ਵਧੀਆ ਇਮੇਜ ਬਣ ਸਕਦੀ ਇੱਦਾਂ? ਕੀ ਅਸੀਂ ਸਮਾਜ ਨੂੰ ਵਧੀਆ ਦੇਣ ਦੇ ਸਕਦੇ ਹਾਂ ਇੱਦਾਂ? ਤੇ ਅਸੀਂ ਚਾਰ ਬੰਦਿਆਂ 'ਚ ਖੜ ਕੇ ਗੱਲ ਕਰ ਸਕਦੇ ਹਾਂ? ਆਪਣੀ ਧੀ ਨੂੰ, ਆਪਣੇ ਪਰਿਵਾਰ ਦੇ ਕਿਸੇ ਵੀ ਜੀ ਨੂੰ ਇੱਦਾਂ ਤੋਰਨਾ, ਤੇ ਜਿਹਦਾ ਸਾਰਾ ਕੁਝ ਜਿਹੜਾ ਹੈਗਾ ਆ ਪਿਓ ਨੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਆਪਣਾ ਆਪਾ ਵਾਰਿਆ ਹੋਵੇ ਉਹਦੇ ਵਾਸਤੇ। ਚੰਗੀਆਂ ਚੀਜ਼ਾਂ ਨੇ ਵੈਸਟ 'ਚ, ਬਹੁਤ ਸੋਚ ਚੰਗੀ ਵਾਲੀਆਂ ਹੈਗੀਆਂ ਨੇ, ਟੋਲਰੈਂਸ ਵਾਲੀਆਂ ਹੈਗੀਆਂ ਨੇ, ਦੂਜੇ ਦੀ ਓਪੀਨੀਅਨ ਨੂੰ ਸਮਝਣ ਵਾਲੀਆਂ। ਬੱਚਿਆਂ ਨੂੰ ਮਾਂ-ਬਾਪ ਖੁਦ ਦੱਸਦੇ ਆ ਕਿ ਤੁਹਾਡੇ ਕਿਹੜੇ ਪ੍ਰਾਈਵੇਟ ਪਾਰਟ ਆ ਬੇਟਾ, ਕੀ ਸਹੀ ਆ ਕੀ ਗਲਤ ਆ। ਫਾਦਰ ਖੁਦ ਬੱਚੇ ਦੇ ਪੀਰੀਅਡ ਸੈਲੀਬ੍ਰੇਟ ਕਰਦੇ ਨੇ। ਹੁਣ ਇਹ ਰੈਵੋਲੂਸ਼ਨ ਦੀ ਗੱਲ ਕਰਦੀ ਹੈ ਤੇ ਜਿੱਥੋਂ ਕਹਿੰਦੀ ਅਸੀਂ ਕਿੱਥੋਂ ਉੱਠ ਕੇ ਕਿੱਥੇ ਪਹੁੰਚ ਗਏ ਤੇ ਅਸੀਂ ਕੀ ਨਹੀਂ ਕਹਿੰਦੀ ਅਸੀਂ ਫਿਰ ਉਹ ਜੰਗਲ ਰਾਜ ਭਾਲਦੇ ਹਾਂ ਤੇ ਜੰਗਲ ਰਾਜ ਨੂੰ ਚੰਗਾ ਕਿਹੜਾ ਕਹੂਗਾ। ਤੇ ਹੁਣ ਇਹਨੂੰ ਪੁੱਛਣ ਵਾਲਾ ਕੋਈ ਹੋਵੇ ਕਿ ਜਿਹੜੀ ਮਾਂ ਆ ਜਾਂ ਪਿਓ ਆ, ਜੇ ਆਪਣੀ ਧੀ ਨੂੰ ਰੋਕਦਾ ਆ ਮਾੜੇ ਕੰਮ ਤੋਂ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਐ ਪਰੈ। ਵੀ ਮਨ ਜਿਹੜਾ ਸਾਰੀਆਂ ਗੱਲਾਂ ਜਾਣਦਾ ਆ ਤੇ ਇਹ ਗਲਤ ਆ, ਇਹ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ, ਪਰ ਰਸ ਦੇ ਅਧੀਨ, ਵਾਸ਼ਨਾ ਦੇ ਅਧੀਨ ਤੇ ਉਹ ਜਿਹੜੀਆਂ ਗਲਤੀਆਂ ਕਰਦਾ ਆ ਤੇ ਖੂਹ ਦੇ ਵਿੱਚ ਡਿੱਗ ਜਾਂਦਾ ਆ। ਜੇ ਪਿਓ ਨੂੰ ਉਸ ਗੱਲ ਦੀ ਸਮਝ ਆ, ਜੇ ਮਾਂ ਨੂੰ ਉਸ ਗੱਲ ਦੀ ਸਮਝ ਆ, ਜੇ ਉਹ ਆਪਣੇ ਬੱਚਿਆਂ ਨੂੰ ਰੋਕਦਾ ਆ ਤੇ ਕੀ ਇਹ ਗਲਤ ਆ? ਬੱਚਾ ਛੋਟਾ ਬੱਚਾ ਹੁੰਦਾ, ਉਹ ਦੌੜ ਦੌੜ ਕੇ ਅੱਗ ਦੇ ਵਿੱਚ ਹੱਥ ਪਾਉਂਦਾ ਆ। ਜੇ ਮਾਂ ਉਹਨੂੰ ਸਾਂਭੇ ਨਾ ਤੇ ਕੀ ਬੱਚਾ ਸੁਰੱਖਿਅਤ ਰਹਿ ਸਕਦਾ ਆ? ਤੇ ਇਹਨੂੰ ਜਿਹੜੀ ਹੈ ਕਹਿੰਦੀ ਜੰਗਲ ਰਾਜ, ਇਹਨੂੰ ਜੰਗਲ ਰਾਜ ਕਹਿੰਦੇ ਆ ਕਿ ਆਪਣੀ ਅਣਖ ਗੈਰਤ ਤੇ ਆਪਣੀ ਜ਼ਮੀਰ ਜਿਹੜੀ ਹੈਗੀ ਆ ਕੋਈ ਆਪਣੀ ਜਾਗਦੀ ਰੱਖਦਾ ਆ ਤੇ ਜੇ ਤੇ ਉਹਨੂੰ ਕਹਿੰਦੇ ਆ ਕਿ ਇਹ ਜੰਗਲ ਰਾਜ ਆ। ਕਮਾਲ ਹੋ ਗਈ। ਵਾਹਿਗੁਰੂ ਵਾਹਿਗੁਰੂ, ਧੰਨੋ ਮਹਾਰਾਜ। ਇਹੋ ਜਿਹੀ ਮਾਨਸਿਕ ਦਸ਼ਾ ਬੰਦਾ ਕਦੀ ਵੀ ਕਿਸੇ ਔਰਤ ਨੂੰ ਨਾ ਦੇਵੇ। ਇਹ ਹੁਣ ਗੋਰਿਆਂ ਦੀ ਗੱਲ ਕਰਦੀ ਹੈ ਵੀ ਗੋਰੇ ਜਿਹੜੇ ਹੈ ਜਾਂ ਹੋਰ ਯੂਰਪੀਅਨ ਕੰਟਰੀਆਂ ਜਿਹੜੀਆਂ ਹੈ ਜਿਹਦੇ ਵਿੱਚ ਜਿੱਥੇ ਉਹ ਆਪਣੇ ਬੱਚਿਆਂ ਦੇ ਪੀਰੀਅਡ ਸੈਲੀਬ੍ਰੇਟ ਕਰਦੇ ਆ ਹੈ ਤੇ ਆਖੇ ਜੀ ਉਹ ਪ੍ਰਾਈਵੇਟ ਪਾਰਟ ਜਿਹੜੇ ਆ ਉਹ ਦੱਸਦੇ ਆ ਤੇ ਇਹ ਉਹਨੂੰ ਇਹ ਚੰਗਾ ਕਹਿ ਰਹੀ ਹੈ। ਜਿਹੜਾ ਇੱਕ ਗੈਰਤਮੰਦ ਬੰਦਾ ਆ, ਅਣਖੀ ਤੇ ਜ਼ਮੀਰ ਵਾਲਾ ਬੰਦਾ, ਉਹ ਤੇ ਇਦਾਂ ਨਹੀਂ ਕਰ ਸਕਦਾ। ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਆ, ਇਹ ਅਨੁਭਵ, ਇਹ ਜਿਹੜੀਆਂ ਬੰਦੇ ਨੂੰ ਆਟੋਮੈਟਿਕਲੀ ਸਰੀਰਕ ਤੌਰ 'ਤੇ ਆਪੇ ਹੋ ਜਾਂਦੀਆਂ, ਆਪੇ ਪਤਾ ਲੱਗ ਜਾਂਦੀਆਂ। ਹੁਣ ਜਿਹੜੇ ਪਸ਼ੂ ਹੈ ਜਾਂ ਜਿੰਨੇ ਵੀ ਜਾਨਵਰ ਆ, ਕੀ ਉਹਨਾਂ ਨੂੰ ਜਦੋਂ ਉਹਨਾਂ ਦੇ ਬੱਚੇ ਹੁੰਦੇ ਆ ਜਾਂ ਉਹ ਅੱਗੇ ਬੱਚੇ ਪੈਦਾ ਕਰਦੇ ਆ ਤੇ ਉਹਨਾਂ ਨੂੰ ਇਹ ਚੀਜ਼ਾਂ ਕੌਣ ਸਿਖਾਉਂਦਾ? ਉਹਨਾਂ ਨੂੰ ਇਹ ਚੀਜ਼ ਸੋਝੀ ਕਿੱਥੋਂ ਆਉਂਦੀ? ਇਹ ਤਾਂ ਆਟੋਮੈਟਿਕਲੀ ਜਿਹੜੀਆਂ ਗੱਲਾਂ ਪਈਆਂ ਆ ਤੁਹਾਡੇ ਅੰਦਰ, ਇਹ ਪ੍ਰਮਾਤਮਾ ਵੱਲੋਂ ਹੀ, ਕਿਉਂਕਿ ਜਨਮ ਜਿਹੜੇ ਆ ਜਨਮਾਂ ਦਾ ਖੇਲ ਆ। ਉਹ ਜਿਹੜੇ ਕਾਮ ਆ, ਕ੍ਰੋਧ ਆ, ਲੋਭ ਆ, ਮੋਹ ਆ, ਹੰਕਾਰ ਆ, ਇਹ ਜਿਹੜਾ ਸਾਰਾ ਕੁਝ ਤੁਹਾਡੇ ਅੰਦਰ ਪਹਿਲਾਂ ਦੇ ਸੰਸਕਾਰ ਪਏ ਹੁੰਦੇ ਆ। ਤੇ ਜੇ ਤੁਸੀਂ ਉਹ ਚੀਜ਼ਾਂ ਦੇ ਵਿੱਚ ਜੇ ਕਿਸੇ ਜਨਮ ਦੇ ਵਿੱਚ ਜਾਂ ਜਦੋਂ ਟੇਢੀਆਂ ਜੂਨਾਂ ਦੇ ਵਿੱਚ ਹੁੰਦੇ ਆ, ਤੁਸੀਂ ਹੰਕਾਰ ਨਹੀਂ ਕਰ ਸਕਦੇ ਜਾਂ ਕਾਮ ਤੇ ਭੋਗਦਾ ਹੀ ਆ ਨਾ, ਜਿਹੜੇ ਜਾਨਵਰ ਸਾਰੇ ਭੋਗਦੇ ਆ ਨਾ, ਤੇ ਲੋਭ ਵੀ ਕਰਦੇ ਆ ਹੈ ਨਾ। ਤੇ ਉਹ ਜਿਹੜੀਆਂ ਚੀਜ਼ਾਂ ਆ ਤੇ ਹੁਣ ਇਹ ਉਹਨਾਂ ਗੱਲਾਂ ਨੂੰ, ਉਹਨਾਂ ਪਰਿਵਾਰਾਂ ਨੂੰ ਸਹੀ ਠਹਿਰਾ ਰਹੀ ਹੈ ਜਿਹੜੇ ਬੇਅਣਖੇ, ਬੇਜ਼ਮੀਰੇ, ਜਿਹੜੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਬਾਰੇ, ਪਰਮਾਤਮਾ ਬਾਰੇ ਕੋਈ ਗਿਆਨ ਨਹੀਂ ਤੇ ਉਹਨਾਂ ਦੀ ਸਮਾਜ ਦੇ ਵਿੱਚ ਕੋਈ ਵੀ ਵੈਲਿਊ ਨਹੀਂ ਆ ਤੇ ਉਹਨਾਂ ਨੂੰ ਸਹੀ ਠਹਿਰਾ ਰਹੀ ਹੈ। ਕੀ ਪਤਾ ਉਹਦੇ ਫਾਦਰ ਦਾ ਕੀ ਕਿਰਦਾਰ ਆ ਜਿਹੜੀ ਉਹਨੇ ਹੁਣ ਉਹਦੀ ਬਹੁਤ ਇੱਜ਼ਤ ਬਣ ਗਈ ਆ। ਵੈਸੇ ਗੱਲ ਆ,
ਚਾਰ ਲੋਕ ਉਹਦੇ ਲਈ ਵਾਹ ਕਰ ਦੇਣਗੇ, ਪਰ ਕੀ ਸੁਸਾਇਟੀ ਦੇ ਲੋਕ ਜਿਹੜੇ ਸਿਆਣੇ ਨੇ, ਜਿਨ੍ਹਾਂ ਦੀਆਂ ਆਪਣੀਆਂ ਧੀਆਂ ਨੇ, ਚਾਹੇ ਉਹਨਾਂ ਦੀਆਂ ਧੀਆਂ ਗਲਤ ਰਾਹ ਤੇ ਵੀ ਪਈਆਂ ਹੋਣ, ਕੀ ਉਹ ਉਹਨੂੰ ਐਕਸੈਪਟ ਕਰ? ਸਮਾਜ ਦੇ ਵਿੱਚ ਅਣਖੀ, ਗੈਰਤਮੰਦ ਤੇ ਜ਼ਮੀਰ ਵਾਲੇ ਬੰਦਿਆਂ ਦੀ ਹੀ ਵੈਲਿਊ ਪੈਂਦੀ ਹੈ। ਯੋਧੇ ਸੂਰਮੇ ਉਹਨਾਂ ਨੂੰ ਕਿਹਾ ਜਾਂਦਾ ਆ। ਜਿਹੜੇ ਬੰਦੇ ਆਪਣੀ ਅਣਖ, ਗੈਰਤ ਤੇ ਜ਼ਮੀਰ ਮਾਰ ਮੁੰਡੇ ਦਾ ਰੇਪ ਨਹੀਂ ਨਾ ਹੁੰਦਾ, ਮੁੰਡੇ ਦੇ ਸਿਰ ਦੇ ਉੱਤੇ ਇੱਜ਼ਤ ਦਾ ਭਾਰ ਵੀ ਨਹੀਂ ਹੁੰਦਾ, ਕੁੜੀ ਦੇ ਉੱਤੇ ਸਿਰ ਦੇ ਇੱਜ਼ਤ ਦਾ ਭਾਰ ਆ। ਕੁੜੀ ਨੇ ਲਵ ਮੈਰਿਜ ਕਰਾ ਲਈ, ਉਹਨੇ ਇੱਜ਼ਤ ਰੋਲਤੀ। ਮੁੰਡੇ ਨੇ ਲਵ ਮੈਰਿਜ ਕਰਾ ਲਈ, ਉਹਨੇ ਕੋਈ ਇੱਜ਼ਤ ਨਹੀਂ ਰੋਲੀ। ਹਾਂਜੀ, ਇੱਥੇ ਕਹਿੰਦੀ ਹੈ ਕਿ ਪਿਓ ਦੀ ਹੁਣ ਬਹੁਤ ਇੱਜ਼ਤ ਬਣ ਗਈ ਵੀ ਚਾਰ ਬੰਦੇ ਉਹਦੀ ਵਾਹ ਕਰ ਲੈਣਗੇ, ਪਰ ਜਿਹੜੇ ਮਾਂ ਪਿਓ ਜਿਨ੍ਹਾਂ ਦੀਆਂ ਧੀਆਂ ਗਲਤ ਵੀ ਹੈ ਉਹ ਅਸੈਪਟ ਕਰ ਲੈਣਗੇ। ਹੁਣ ਇਹਨੂੰ ਇਹ ਨਹੀਂ ਪਤਾ ਕਿ ਉਹਨਾਂ ਬੰਦਿਆਂ ਦੀ ਵੈਲਿਊ ਕੀ ਆ, ਉਹਨਾਂ ਦੀ ਸਮਾਜ 'ਚ ਕੋਈ ਵੈਲਿਊ ਹੈਗੀ ਹੈ ਜਿਨ੍ਹਾਂ ਦੀਆਂ ਧੀਆਂ ਭੈਣਾਂ ਗਲਤ ਆ ਤੇ ਉਹ ਚੁੱਪ ਕਰਕੇ ਗਲ 'ਚ ਪਰਨਾ ਪਾ ਕੇ ਨਾਲ ਤੁਰੇ ਹੁੰਦੇ ਆ ਤੇ ਧੀ ਜੋ ਮਰਜ਼ੀ ਕਰੀ ਜਾਏ ਤੇ ਚੁੱਪ ਕਰਕੇ ਸਹਿਣ ਕਰੀ ਜਾਂਦੇ। ਉਹਨਾਂ ਦੀ ਇੱਜ਼ਤ ਹੈ? ਉਹ ਚਾਰ ਬੰਦਿਆਂ 'ਚ ਗੱਲ ਕਰ ਸਕਦੇ ਆ। ਇੱਕ ਫਿਲਾਸਫਰ ਆ, ਉਹ ਗੱਲ ਕਰਦਾ ਸੀਗਾ, ਉਹ ਕਹਿੰਦਾ ਸੀਗਾ ਸਮਾਜ ਦੇ ਵਿੱਚ ਜਿਹੜੀ ਭੀੜ ਆ, ਜਿਨ੍ਹਾਂ ਦੀ ਕੋਈ ਵੈਲਿਊ ਨਹੀਂ, ਜਿਨ੍ਹਾਂ ਦੇ ਕੋਈ ਕਿਰਦਾਰ ਨਹੀਂ, ਬਹੁਤ ਜ਼ਿਆਦਾ ਭੀੜ ਹੁੰਦੀ, ਉਹ ਤੁਹਾਨੂੰ ਇੱਜ਼ਤ ਦੇਵੇ, ਮਤਲਬ ਵੀ ਉਹਦਾ ਕੋਈ ਵੈਲਿਊ ਨਹੀਂ ਹੁੰਦੀ। ਪਰ ਇੱਕ ਬੰਦਾ, ਕੋਈ ਜਿੱਦਾਂ ਕੋਈ ਪ੍ਰਾਈਮ ਮਿਨਿਸਟਰ ਲਾ ਲਓ ਜਾਂ ਕੋਈ ਵੱਡਾ ਅਹੁਦੇਦਾਰ ਲਾ ਲਓ, ਜੇ ਉਹ ਤੁਹਾਨੂੰ ਕੋਈ ਇੱਜ਼ਤ ਦਿੰਦਾ ਆ ਤੇ ਉਹ ਤੁਹਾਡੀ ਵੈਲਿਊ ਪੈਂਦੀ ਹੈ। ਭਾਵ ਕਿ ਇਹ ਗੁਰਮਤ ਦੇ ਵਿੱਚ ਤੇ ਇਹ ਜਿਹੜੀਆਂ ਚੀਜ਼ਾਂ ਕੋਈ ਬਹੁਤਾ ਮੈਨਾ ਨਹੀਂ ਰਖਾਉਂਦੀਆਂ, ਪਰ ਗੱਲ ਇਹ ਆ ਕਿ ਜੇ ਕੋਈ ਤੁਹਾਨੂੰ ਮੇਨ ਬੰਦਾ ਜਾਂ ਸਤਿਗੁਰੂ ਨੂੰ ਕਹਿ ਲਓ, ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿ ਲਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹਿ ਲਓ, ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਗੁਰੂ ਤੁਹਾਡੀ ਜਿਹੜੀ ਹੈ ਉਹ ਵੈਲਿਊ ਪਾ ਦੇਣਗੇ ਵੀ ਆਪਣੇ ਬੱਚੇ ਨੂੰ, ਤੁਹਾਡੇ ਬੱਚੇ ਨੂੰ ਉਹ ਗਲਤ ਰਸਤੇ ਪੈ ਰਿਹਾ, ਉਹ ਗਲਤ ਕੰਮ ਕਰ ਰਿਹਾ, ਤੁਹਾਡੀਆਂ ਅੱਖਾਂ ਸਾਹਮਣੇ ਸਭ ਕੁਝ ਹੋ ਰਿਹਾ ਤੇ ਤੁਸੀਂ ਚੁੱਪ ਕੀਤੇ ਆ? ਤੇ ਗੁਰੂ ਘਰ ਦੇ ਵਿੱਚ ਪ੍ਰਵਾਨ ਆ, ਗੁਰਮਤ ਵਿੱਚ ਪ੍ਰਵਾਨ ਆ, ਸਿੱਖੀ ਉਹਨੂੰ ਪ੍ਰਵਾਨ ਕਰ ਲੂਗੀ, ਗੁਰੂ ਉਹਨੂੰ ਪ੍ਰਵਾਨ ਕਰ ਲੂਗਾ। ਜੇ ਤੁਸੀਂ ਹੋਰ ਨਹੀਂ ਕੁਛ ਤੇ ਉਹਨੂੰ ਪਰੇ ਤੇ ਹੋ ਹੀ ਸਕਦੇ ਆ ਨਾ। ਉਹਨੂੰ ਇਹ ਤੇ ਕਹਿ ਸਕਦੇ ਭਾਈ ਆਹ ਤੇਰਾ ਰਸਤਾ, ਧੰਨ ਗੁਰੂ ਮਹਾਰਾਜ ਨੇ ਰਾਮ ਰਾਏ ਨੂੰ ਮੂੰਹ ਨਹੀਂ ਲਾਇਆ, ਮਹਾਰਾਜ ਕਹਿੰਦੇ ਜਿੱਧਰੋਂ ਆਇਆ ਉੱਧਰ ਨੂੰ ਚੱਲ ਜਾ, ਪਿੱਛੇ ਨਾ ਮੁੜੀ। ਇਹਨੂੰ ਕਹਿੰਦੇ ਆ ਅਣਖ ਤੇ ਗੈਰਤਮੰਦ ਵੀ ਜਿਹੜੀ ਤੂੰ ਗਲਤੀ ਕੀਤੀ ਹੈ, ਜਿਹੜੀ ਤੂੰ ਬਾਣੀ ਦੀ ਤੁਕ ਬਦਲੀ ਹੈ, ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ, ਭਾਵੇਂ ਉਹ ਗੁਰੂ ਪੁੱਤਰ ਸੀਗੇ। ਤੇ ਇਹ ਜਿਹੜੀਆਂ ਗੱਲਾਂ ਹੁੰਦੀਆਂ ਆ, ਇਹ ਸਮਾਜ ਦੇ ਵਿੱਚ ਤੁਹਾਨੂੰ ਕੋਈ ਸਿਰ ਨਹੀਂ ਕੱਢ ਸਕਦੀਆਂ, ਭਾਵ ਕਿ ਉਹ ਸਿਰ ਕੱਢ ਕੇ ਤੁਸੀਂ ਜੀ ਨਹੀਂ ਸਕਦੇ। ਇਹ ਅਣਖ ਜਾਂ ਗੈਰਤ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਜਿਹੜੀਆਂ ਗੱਲਾਂ ਤੂੰ ਕਰ ਰਹੀ ਬੀਬੀ। ਵਾਹਿਗੁਰੂ, ਇਹਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਕੁੜੀ ਦੇ ਵਿੱਚ ਤੇ ਮੁੰਡੇ ਦੇ ਵਿੱਚ ਫਰਕ ਕੀ ਹੁੰਦਾ। ਲੋਹਾ ਜਿਹੜਾ ਹੈ ਨਾ, ਲੋਹਾ ਉਹ ਬਾਹਰ ਪਿਆ ਵੀ ਰਵੇ ਨਾ ਤੇ ਉਹਦੀ ਦੇਖਭਾਲ ਕਰਨ ਦੀ ਬਹੁਤੀ ਲੋੜ ਨਹੀਂ ਪੈਂਦੀ, ਬਾਹਰ ਪਿਆ ਰਹਿੰਦਾ ਆ ਤੇ ਮਾੜੀ ਮੋਟੀ ਨਿਗਰਾਨੀ ਰੱਖਣੀ ਪੈਂਦੀ ਆ। ਤੇ ਜਿਹੜਾ ਹੀਰੇ ਆ, ਸੋਨਾ ਆ ਜਾਂ ਜਵਾਹਰਾਤ ਆ, ਜਿਹੜੇ ਉਹ ਲਵੇੜ ਕੇ ਤਿਜੋਰੀ ਦੇ ਵਿੱਚ ਬੜੀ ਸੇਫ ਜੀ ਜਗ੍ਹਾ ਤੇ ਰੱਖੇ ਜਾਂਦੇ। ਜੇ ਕਿਤੇ ਮਾੜੀ ਜੀ ਕਿਤੇ ਝਰੀਟ ਵੀ ਪੈ ਜਾਏ ਨਾ ਤੇ ਮਾੜੀ ਜੀ ਝਰੀਟ ਵੀ ਉਹਦੀ ਵੈਲਿਊ ਘਟ ਜਾਂਦੀ ਆ। ਤੇ ਉਹ ਜਿਹੜੀਆਂ ਧੀਆਂ ਹੁੰਦੀਆਂ, ਇੱਕ ਸੋਨੇ ਦੀ ਨਿਆਈ, ਇੱਕ ਹੀਰਿਆਂ ਦੀ ਨਿਆਈ ਹੁੰਦੀ, ਇੱਜ਼ਤ, ਆਬਰੂ, ਇਮਾਨ ਹੁੰਦਾ। ਇਹਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ। ਜਿਹੜੀ ਕੁੜੀ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈਗੀ, ਦੱਸੋ ਉਹ ਕੁੜੀਆਂ ਦੇ ਹੱਕ ਦੇ ਵਿੱਚ ਕਿੱਦਾਂ ਲੜ ਸਕਦੀ ਆ? ਉਹਨੂੰ ਇਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਕੀ ਵੈਲਿਊ ਕੀ ਆ ਕੁੜੀਆਂ ਦੀ, ਵੀ ਅਣਖ ਕਿਹਨੂੰ ਕਹਿੰਦੇ, ਗੈਰਤ ਕਿਹਨੂੰ ਕਹਿੰਦੇ ਆ, ਜ਼ਮੀਰ ਕਿਹਨੂੰ ਕਹਿੰਦੇ ਆ, ਇੱਜ਼ਤ ਆਬਰੂ ਕੀ ਹੁੰਦੀ ਹੈ। ਉਹ ਜੇ ਉਹ ਕੁੜੀਆਂ ਉਹ ਚੀਜ਼ਾਂ ਨੂੰ ਬਰਕਰਾਰ ਰੱਖਦੀਆਂ ਆ ਤੇ ਉਹ ਕੁੜੀਆਂ ਆ, ਨਹੀਂ ਤੇ ਉਹ ਕੁੜੀਆਂ ਵੀ ਨਹੀਂ ਰਹਿ ਜਾਂਦੀਆਂ ਜੇ ਉਹ ਚੀਜ਼ਾਂ ਨੂੰ ਬਰਕਰਾਰ ਨਹੀਂ ਰੱਖਦੀਆਂ। ਤੇ ਤੁਸੀਂ ਦੇਖ ਲਓ ਆਮ ਸਮਾਜ ਦੇ ਵਿੱਚ ਹੀ ਦੇਖ ਲਓ, ਜੇ ਉਹ ਚੀਜ਼ਾਂ, ਜੇ ਉਹ ਕੁੜੀ ਇੱਦਾਂ ਹੀ ਤੁਰੀ ਫਿਰਦੀ ਆ ਜਾਂ ਉਹਨੂੰ ਕੋਈ ਸ਼ਰਮ ਹਿਆ ਉਹਦੀਆਂ ਖਤਮ ਹੋ ਗਈਆਂ, ਉਹ ਉੱਡ ਗਈਆਂ, ਤੇ ਉਹਦੀ ਵੈਲਿਊ ਕੀ ਆ? ਸੰਸਾਰ 'ਚ ਹੈ ਕੋਈ ਵੈਲਿਊ? ਉਹਨੂੰ ਕੋਈ ਮੂੰਹ ਲਾਉਂਦਾ ਆ? ਇਹ ਤੁਸੀਂ ਆਪ ਦੇਖ ਲਓ, ਸਮਾਜ ਦੇ ਵਿੱਚ ਹੀ ਹੈ। ਕਿਹੜਾ ਸਮਾਜ ਸਿਰਜਣਾ ਚਾਹੁੰਦੀ ਹੈ ਬੀਬੀ? ਆਜ਼ਾਦੀ ਦੀ ਗੱਲ ਕਰਦੀ ਆ ਵੀ ਆਜ਼ਾਦੀ ਜਿਹੜੀ ਹੈਗੀ ਆ ਉਹ ਕੁੜੀਆਂ ਵਾਸਤੇ ਹੈ ਨਹੀਂ ਆ। ਇਹਨੂੰ ਪੁੱਛੇ ਵੀ ਸਿੱਖ ਧਰਮ ਦੇ ਵਿੱਚ ਕੀ ਧੀਆਂ ਜਿਹੜੀਆਂ ਜੱਜ ਨਹੀਂ ਬਣਦੀਆਂ, ਕੀ ਇੰਜੀਨੀਅਰਿੰਗ ਨਹੀਂ ਕਰਦੀਆਂ, ਕੀ ਉਹ ਡਾਕਟਰ ਨਹੀਂ ਬਣਦੀਆਂ? ਹਰ ਥਾਂ 'ਤੇ ਆਜ਼ਾਦੀ ਹੈ, ਪਰ ਇੱਦਾਂ ਦੀ ਕਿਹੜੀ ਆਜ਼ਾਦੀ ਹੈ ਵੀ ਆਪਣੇ ਕੱਪੜੇ ਉਤਾਰ ਦੇਣੇ ਜਾਂ ਕਿਸੇ ਗੈਰ ਮਰਦ ਜਾਂ ਗੈਰ ਪਰਿਵਾਰ ਦੇ ਵਿੱਚ ਆਪਣੇ ਮਾਂ ਪਿਓ ਤੋਂ ਪੁੱਛੇ ਤੋਂ ਬਗੈਰ, ਯਾਨੀ ਕਿ ਆਪਣੀ ਮਨ ਮਰਜ਼ੀ ਦੇ ਨਾਲ ਆਪਣੇ ਰਸਾਂ ਕਰਕੇ ਉਹ ਭੋਗ ਭੋਗਣੇ, ਤੇ ਫਿਰ ਕੀ
ਉਹ ਭੋਗ ਭੋਗ ਕੇ ਸਮਾਜ ਦੇ ਵਿੱਚ ਆਪਣੇ ਮਾਂ-ਪਿਓ ਦੇ ਨਜ਼ਰਾਂ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ ਉਸ ਲੜਕੀ ਦੀ ਕੋਈ ਇੱਜ਼ਤ ਰਹਿ ਜਾਂਦੀ ਹੈ। ਤੇ ਜੇ ਕਹਿੰਦੀ ਆ ਕਿ ਜਿਹੜਾ ਸਮਾਜ ਆ ਉਹ ਇਹਨੂੰ ਤਰਜੀਹ ਦਿੰਦਾ ਆ, ਭਾਵ ਕਿ ਅਜਿਹੇ ਕਰਮ ਕਰਨ ਵਾਲੀਆਂ ਬੀਬੀਆਂ, ਉਹਨਾਂ ਨੂੰ ਜ਼ਿਆਦਾਤਰ ਜਿਹੜਾ ਸਮਾਜ ਹੈਗਾ ਆ ਉਹ ਕਦੀ ਵੀ ਇਜਾਜ਼ਤ ਨਹੀਂ ਦੇ ਸਕਦਾ, ਕਿਉਂਕਿ ਔਰਤ ਇਮਾਨ ਹੁੰਦੀ ਹੈ, ਇੱਜ਼ਤ ਹੁੰਦੀ ਹੈ, ਆਬਰੂ ਹੁੰਦੀ ਹੈ। ਸਿੱਖ ਧਰਮ ਦੇ ਵਿੱਚ ਔਰਤ ਨੂੰ ਪੂਰਾ ਸਨਮਾਨ ਦਿੱਤਾ ਜਾਂਦਾ ਆ, ਪੂਰੀ ਆਜ਼ਾਦੀ ਦਿੱਤੀ ਜਾਂਦੀ ਹੈ ਤੇ ਹਰ ਪੱਖ ਤੋਂ ਨਾਲ ਕੁੜੀਆਂ ਦੇ, ਬੱਚੀਆਂ ਦੇ ਖੜਿਆ ਜਾਂਦਾ ਆ। ਪਰ ਗੱਲ ਇਹ ਹੈ ਕਿ ਜੇ ਬੱਚੀਆਂ ਅਜਿਹੇ ਕੰਮ ਕਰਦੀਆਂ, ਇਹ ਪ੍ਰਮਾਤਮਾ ਵੱਲੋਂ ਹੀ, ਰੱਬ ਵੱਲੋਂ ਹੀ ਇੱਦਾਂ ਦੀਆਂ ਫਿਰ ਘਟਨਾ ਜਿਹੜੀਆਂ ਉਹ ਘਟ ਜਾਂਦੀਆਂ ਆ, ਕਿਸੇ ਦੇ ਵੱਸ ਦੀ ਗੱਲ ਨਹੀਂ। ਜਿਹਾ ਬੀਜੈ ਸੋ ਲੁਣਾ, ਕਰਮਾ ਸੰਧੜਾ ਖੇਤ, ਜੋ ਮੱਥੇ ਲਿਖਿਆਸ, ਜਿਹੜਾ ਮੱਥੇ 'ਤੇ ਜਿੱਦਾਂ ਫਿਰ ਲਿਖਿਆ ਜਾਂਦਾ, ਭਾਵ ਕਿ ਜਿੱਦਾਂ ਕਰਮ ਕਰਦਾ ਬੰਦਾ, ਕਿਉਂਕਿ ਜਿਹੜਾ ਜਿੱਦਾਂ ਕਰਮ ਆਪਾਂ ਬੀਜ ਦੇਣੇ ਆ ਅਤੇ ਫਿਰ ਉਹ ਉੱਗਣੇ ਆ ਅਤੇ ਸਾਨੂੰ ਵੱਢਣੇ ਪੈਣੇ ਆ। ਅਤੇ ਇਸ ਕਰਕੇ ਜਿਹੜੀਆਂ ਗੱਲਾਂ ਅਣਖਾਂ ਅਤੇ ਗੈਰਤਾਂ ਅਤੇ ਜ਼ਮੀਰਾਂ ਦੀਆਂ ਹੁੰਦੀਆਂ ਆ, ਅਤੇ ਗੁਰੂ ਸਾਹਿਬ ਨੇ ਸਾਨੂੰ ਇਹ ਜਿਹੜੀਆਂ ਅਣਖਾਂ ਅਤੇ ਗੈਰਤਾਂ ਅਤੇ ਜਿਹੜੀਆਂ ਜ਼ਮੀਰਾਂ ਇਹ ਬਰਕਰਾਰ ਰੱਖਣ ਵਾਸਤੇ ਕਿਹਾ ਆ। ਅਤੇ ਜੇ ਅਸੀਂ ਸਿੱਖੀ ਨੂੰ ਮੰਨਦੇ ਹਾਂ, ਸਿੱਖੀ ਸਿਧਾਂਤਾਂ ਨੂੰ ਮੰਨਦੇ ਹਾਂ, ਅਤੇ ਸਿੱਖ ਧਰਮ 'ਚ ਸਾਡਾ ਜੇ ਜਨਮ ਹੋਇਆ ਆ, ਅਤੇ ਸਾਡਾ ਇਹ ਫਰਜ਼ ਜ਼ਰੂਰ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਧਿਆਨ ਵੀ ਰੱਖੀਏ ਅਤੇ ਆਪਣੇ ਬੱਚਿਆਂ ਨੂੰ ਅਜਿਹੇ ਕੰਮਾਂ ਤੋਂ ਰੋਕਣ ਦੀ ਕੋਸ਼ਿਸ਼ ਵੀ ਕਰੀਏ। ਅਤੇ ਬਾਕੀ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਸਿੱਖੀ ਵੱਲ ਲਾਉਣਾ ਜਿਹੜਾ ਸਭ ਤੋਂ ਵੱਡੀ ਗੱਲ ਹੈ। ਜਦੋਂ ਸਿੱਖੀ ਦੇ ਅਧੀਨ ਹੋ ਕਰਕੇ ਸਿੱਖ ਧਰਮ ਨੂੰ ਅਪਣਾ ਕੇ, ਅੰਮ੍ਰਿਤ ਛਕ ਕੇ ਜਦੋਂ ਨਿਤਨੇਮੀ ਬੰਦਾ ਹੋ ਜਾਂਦਾ ਆ, ਅਤੇ ਗੁਰੂ ਸਾਹਿਬ ਜੀ ਦਾ ਸ਼ਬਦ ਅਭਿਆਸ ਜਦੋਂ ਜਪ ਤਪ ਕਮਾਈ ਕਰਦੇ ਆ, ਅਤੇ ਇਹ ਗੱਲਾਂ ਜਿਹੜੀਆਂ ਆਟੋਮੈਟਿਕਲੀ ਜਿਹੜੀਆਂ ਉਹ ਮਨਫੀ ਹੋ ਜਾਂਦੀਆਂ ਆ। ਫਿਰ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ 'ਤੇ, ਸਾਰੇ ਪਰਿਵਾਰਾਂ 'ਤੇ ਗੁਰੂ ਸਾਹਿਬ ਆਪ ਹੀ ਕਿਰਪਾ ਕਰਕੇ ਹੱਥ ਦੇ ਕੇ ਰੱਖਣ। ਅਤੇ ਸੋ ਇੰਨੀਆਂ ਕਿ ਮੈਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ,